ਭਾਵੇਂ ਕਿਸਾਨੀ ਅੰਦੋਲਨ ਰਿਹਾ ਹੋਵੇ ਤੇ ਭਾਵੇਂ ਪੋਲੀਟੀਕਲ ਈਵੈਂਟਸ ਜਿਹੜੇ ਰੋਜ਼ ਅਨਫੋਲਡ ਹੋ ਰਹੇ ਆ, ਪੰਜਾਬ ਦੇ ਮੀਡੀਆ ਕਿਸ ਤਰ੍ਹਾਂ ਦੀ ਭੂਮਿਕਾ ਰਹੀ ਹੈ ਤੇ ਹੋਣੀ ਕੀ ਚਾਹੀਦੀ? ਲੋਕਾਂ ਦੀ ਜਿਹੜੀ ਆਮ ਆਵਾਜ਼ ਹੈ ਉਹ ਹੁਣ ਕਿਸੇ ਇੱਕ ਅਦਾਰੇ ਦੀ, ਕਿਸੇ ਇੱਕ ਚੈਨਲਾਂ ਦੀ ਮੁਹਤਾਜ ਨਹੀਂ ਰਹੀ। ਇੱਕ ਚੈਨਲ ਗੱਲ ਦਵਾ ਸਕਦਾ, ਦੋ ਚੈਨਲ ਦਵਾ ਸਕਦੇ ਨੇ, ਪਰ ਜਦੋਂ ਸੋਸ਼ਲ ਮੀਡੀਆ ਹੋਏਗਾ, ਲੋਕਾਂ ਦਾ ਚੈਨਲ ਹੋਏਗਾ, ਲੋਕਾਂ ਦਾ ਮੀਡੀਆ ਹੋਏਗਾ, ਉੱਥੇ ਗੱਲ ਦਬ। ਸਕਿੱਲ ਆਪਾਂ ਕਹਿੰਦੇ ਹਰੇਕ ਖਿੱਤੇ ਦਾ ਸਕਿੱਲ ਹੈ, ਔਰ ਜਦੋਂ ਬਿਨਾਂ ਸਕਿੱਲ ਤੋਂ ਜਦੋਂ ਖਿੱਤੇ 'ਚ ਲੋਕ ਆਉਂਦੇ ਆ ਤਾਂ ਉਹਦੇ ਨੁਕਸਾਨ ਵੀ ਆਪਣੇ ਹੁੰਦੇ ਆ। ਇਸ ਸਮੇਂ ਸੋਸ਼ਲ ਮੀਡੀਆ ਦੀ ਦੋ ਚੀਜ਼ਾਂ ਦੀ ਇੱਕ ਕਮੀ ਆ ਰਹੀ ਆ। ਇੱਕ ਤਾਂ ਸਭ ਤੋਂ ਵੱਡੀ ਆ ਰਹੀ ਹੈ ਕਿ ਅਸੀਂ ਬ੍ਰੇਕ ਕਰਨ ਦੇ ਚੱਕਰ ਦੇ ਵਿੱਚ ਕਿ ਸਭ ਤੋਂ ਪਹਿਲਾਂ ਖਬਰ ਮੈਂ ਦੇ ਦੇਵਾਂ, ਧੱਕੇ ਨਾਲੇ ਬਣਾ ਦੇਣਾ, ਚਾਹੇ ਸਿੱਧੂ ਬਣਿਆ ਕਿ ਨਹੀਂ ਬਣਿਆ। ਕਿਸੇ ਨੂੰ ਨਹੀਂ ਪਤਾ ਸੀ ਕਿ ਦਿੱਲੀ ਚੱਲ ਕੀ ਰਿਹਾ, ਉਹਦੇ ਬਾਵਜੂਦ ਹਰੇਕ ਬੰਦਾ ਐਕਸਪਰਟ ਬਣਿਆ ਸੀ ਕਿ ਸਿੱਧੂ ਤਾਂ ਬਣੇ ਗਿਆ ਜੀ। ਜਿਹੇ ਜਿਹੇ ਪੱਤਰਕਾਰ ਜਾਓਗੇ, ਜੇ ਚੀਕਣ ਵਾਲੀ ਸ਼ੈਲੀ ਸਿੱਖਣੀ ਹੈ ਨੈਸ਼ਨਲ ਮੀਡੀਆ ਵਾਲੀ ਤਾਂ ਤੁਸੀਂ ਚੀਕਣ ਵਾਲੇ ਬਣ ਜਾਓਗੇ। ਜੇਕਰ ਤੁਸੀਂ ਤੱਥਾਂ ਦੇ ਆਧਾਰ ਤੇ ਗੱਲ ਕਰਨੀ, ਤੱਥਾਂ ਵਾਲੇ ਪੱਤਰਕਾਰ ਹੋਣਗੇ ਤਾਂ NDTV ਵਰਗੇ ਕੋਲ ਹੋਣਗੇ, ਰਵੀਸ਼ ਵਰਗੇ ਤੱਥਾਂ ਦੇ ਆਧਾਰ ਤੇ ਗੱਲ ਕਰੋਗੇ। ਅੱਜ ਜਿਹੜੇ ਲੋਕ ਕਿਸਾਨ ਅੰਦੋਲਨ ਨੂੰ ਲੈ ਕੇ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਹਵਾਲੇ ਨਾਲ ਗੱਲ ਕਰਦੇ ਨੇ ਤਾਂ ਉਹ ਸਰਕਾਰ ਦੀ ਨਜ਼ਰ 'ਚ ਗਲਤ ਨੇ। ਸਾਡੇ ਤੇ ਦੋਸ਼ ਅਕਸਰ ਲੱਗਦਾ ਹੈ ਕਿ ਤੁਸੀਂ ਧਾਰਮਿਕ ਹੋ ਗਏ, ਮੀਡੀਆ ਵੀ ਧਾਰਮਿਕ ਹੋ ਗਿਆ। ਸਾਨੂੰ ਅਕਸਰ ਕਹਿੰਦੇ ਕਿ ਤੁਸੀਂ ਆਪਦੇ ਕੌਮ ਦੀ, ਧਰਮ ਦੀ ਗੱਲ ਬਹੁਤ ਰੱਖਣ ਲੱਗ ਗਏ ਹੋ, ਜਦ ਕਿ ਪੱਤਰਕਾਰ ਧਰਮਾਂ ਤੋਂ ਉੱਤੇ ਹੋਣਾ ਚਾਹੀਦਾ ਹੈ। ਮੀਡੀਆ ਧਾਰਮਿਕ ਹੁੰਦਾ? ਮੀਡੀਆ ਧਾਰਮਿਕ ਤਾਂ ਨਹੀਂ ਹੁੰਦਾ, ਮੀਡੀਆ ਕੌਮੀ ਹੋ ਸਕਦਾ, ਮੀਡੀਆ ਖੇਤਰੀ ਹੋ ਸਕਦਾ, ਮੀਡੀਆ ਭਾਸ਼ਾ ਨੂੰ ਆਪਣੀ ਨੂੰ ਪਰਨਾਇਆ ਹੋਇਆ ਹੋ ਸਕਦਾ, ਪਰ ਉਹ ਧਾਰਮਿਕ ਨਹੀਂ ਹੁੰਦਾ। ਕੀ ਉਹ ਸਪੇਸ ਹੈਗੀ ਹੈ ਕਿ ਚੰਗੀ ਪੱਤਰਕਾਰੀ, ਫੈਕਚੁਅਲ ਪੱਤਰਕਾਰੀ, ਤੱਥਾਂ ਵਾਲੀ ਪੱਤਰਕਾਰੀ ਨੂੰ ਸਰੋਤੇ ਮਿਲਣਗੇ? ਨਹੀਂ, ਮੱਕੜਵੀਰ ਸਪੇਸ ਹੈਗੀ ਆ। ਜੇ ਸਪੇਸ ਨਾ ਹੁੰਦੀ ਤਾਂ ਇਸ ਭੀੜ ਦੇ ਵਿੱਚ ਮੱਕੜ ਦਾ ਵੱਖਰਾ ਨਾਂ ਕਿਉਂ ਹੁੰਦਾ? ਨਵਜੋਤ ਸਿੱਧੂ ਬਣਨਗੇ ਪ੍ਰਧਾਨ ਹੋਣ ਦਾ ਜਿਹੜਾ ਰੌਲਾ ਚੱਲਿਆ, ਜੇ ਟ੍ਰਿਬਿਊਨ ਛਾਪ ਦਿੰਦਾ ਸੀ ਤਾਂ ਪਤਾ ਹੁੰਦਾ ਸੀ ਵੀ ਇਹ ਸਵੇਰੇ ਬਣ ਜਾਊਗਾ। ਲੇਕਿਨ ਪਿਛਲੇ ਦਿਨਾਂ 'ਚ ਪੋਲੀਟੀਕਲ ਰਿਪੋਰਟਿੰਗ ਜਿਸ ਤਰ੍ਹਾਂ ਦੀ ਹੋਈ ਹੈ, ਹਰ ਰੋਜ਼ ਸਾਡਾ ਸਟੈਂਡ ਚੇਂਜ ਹੁੰਦਾ ਰਿਹਾ ਔਰ ਪੰਜਾਬ ਦੇ ਪੂਰੇ ਮੀਡੀਆ ਨਾਲ ਇਸ ਤਰ੍ਹਾਂ ਹੁੰਦਾ ਰਿਹਾ। ਕੀ ਰਿਸੋਰਸਸ ਦੀ ਘਾਟ ਹੋ ਗਈ ਜਾਂ ਪੱਤਰਕਾਰ ਹੁਣ ਦਫ਼ਤਰ 'ਚ ਬਹਿ ਕੇ ਡਿਸਾਈਡ ਕਰਨ? ਮੌਜੂਦਾ ਪੰਜਾਬ ਦੇ ਹਾਲਾਤਾਂ ਤੇ ਮੀਡੀਆ ਦਾ ਕੈਸਾ ਰੋਲ ਰਿਹਾ ਹੈ, ਇਸ ਦੇ ਉੱਤੇ ਚਰਚਾ ਬੜੀ ਲਾਜ਼ਮੀ ਸੀ। ਅੱਜ ਦੀਪਕ ਚਨਾਰਥਲ ਪੰਜਾਬ ਦੇ ਮਸ਼ਹੂਰ ਪੱਤਰਕਾਰ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਦੀਪਕ ਜੀ, ਬਹੁਤ-ਬਹੁਤ ਸਵਾਗਤ ਹੈ। ਬਹੁਤ ਦਿਨਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਤੁਸੀਂ ਆਓ ਔਰ ਅੱਜ ਫਾਈਨਲੀ ਮਿਲੇ ਹੋ। ਧੰਨਵਾਦ ਮੱਕੜਵੀਰ। ਔਨ 에ਅਰ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭਾਵੇਂ ਕਿਸਾਨੀ ਅੰਦੋਲਨ ਰਿਹਾ ਹੋਵੇ ਤੇ ਭਾਵੇਂ ਪੋਲੀਟੀਕਲ ਈਵੈਂਟਸ ਜਿਹੜੇ ਰੋਜ਼ ਅਨਫੋਲਡ ਹੋ ਰਹੇ ਆ, ਪੰਜਾਬ ਦੇ ਮੀਡੀਆ ਦਾ ਰਾਈਜ਼ ਕਰਨਾ ਇਸ ਤਰੀਕੇ ਦੇ ਨਾਲ ਔਰ ਉਹਨਾਂ ਦੀ ਭੂਮਿਕਾ, ਮੈਂ ਚਾਹੁੰਦਾ ਕਿ ਥੋੜ੍ਹਾ ਜਿਹਾ ਸਾਨੂੰ ਇੱਧਰ ਲੈ ਕੇ ਜਾਓ ਕਿ ਕਿਸ ਤਰ੍ਹਾਂ ਦੀ ਭੂਮਿਕਾ ਰਹੀ ਹੈ ਤੇ ਹੋਣੀ ਕੀ ਚਾਹੀਦੀ ਸੀ। ਦੇਖੋ, ਜਿਹੜੀ ਹੁਣ ਤੱਕ ਖੇਤਰੀ ਮੀਡੀਆ ਦੀ ਭੂਮਿਕਾ ਸੀ, ਉਹ ਜਦੋਂ ਤੱਕ ਸੋਸ਼ਲ ਮੀਡੀਆ ਨਹੀਂ ਸੀਗਾ ਤਦ ਤੱਕ ਖਾਸ ਕਰਕੇ ਅਖਬਾਰੀ ਮੀਡੀਆ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ। ਉਹਦੇ ਵਿੱਚ ਵੀ ਅਸੀਂ ਅਖਬਾਰਾਂ ਦੇ ਦੌਰ ਬਦਲਦੇ ਦੇਖੇ ਕਿ ਕਿਵੇਂ ਨਵਾਂ ਜਮਾਨਾ ਵਰਗਾ ਅਖਬਾਰ ਪਿੱਛੇ ਹੁੰਦਾ ਗਿਆ ਤੇ ਅਜੀਤ ਤੇ ਪੰਜਾਬ ਕੇਸਰੀ, ਜਗਬਾਣੀ ਵਰਗੇ ਅਖਬਾਰ ਮੂਹਰੇ ਆਉਂਦੇ ਰਹੇ, ਤੇ ਕਿਵੇਂ ਸਪੋਕਸਮੈਨ ਦੀ ਚਰਚਾ ਹੋਣ ਲੱਗੀ ਤੇ ਕਿਵੇਂ ਪੰਜਾਬੀ ਟ੍ਰਿਬਿਊਨ ਜਿਹੜਾ ਸਹੀ ਲਿਖਣ ਵਾਲਾ ਅਖਬਾਰ ਵੀ ਕਈ ਵਾਰ ਪਿੱਛੇ ਰਹਿੰਦਾ ਸੀ ਨਜ਼ਰ ਆਇਆ। ਸੋ ਇਸ ਲਈ ਅਖਬਾਰਾਂ ਦੀ ਅਹਿਮੀਅਤ ਬਦਲਦੀ ਦੇਖੀ। ਪਰ ਉਹ ਤੋਂ ਬਾਅਦ ਅਚਾਨਕ ਜਦੋਂ TV ਯੁੱਗ ਦੀ ਆਮਦ ਹੁੰਦੀ ਹੈ, ਜਦੋਂ ਸੋਸ਼ਲ ਮੀਡੀਆ ਯੁੱਗ ਦੀ ਆਮਦ ਹੁੰਦੀ ਹੈ, ਸਾਰਾ ਕੁਝ ਬਦਲਦਾ ਅਸੀਂ ਆਪਣੇ ਅੱਖੀਂ ਦੇਖਿਆ। ਕਿਉਂਕਿ ਆਪਾਂ ਲੋਕ ਉਹ ਹੈ ਜਿਹੜੇ BCR ਦੇ ਯੁੱਗ ਤੋਂ ਲੈ ਕੇ ਹੁਣ ਤੱਕ ਅਸੀਂ ਮੋਬਾਈਲ ਵਾਲੇ ਯੁੱਗ 'ਚ ਅਸੀਂ, ਇਸ ਲਈ ਉਹ ਸਾਰਾ ਦੌਰ ਦੇਖ ਰਹੇ ਹਾਂ। ਪਰ ਮੈਨੂੰ ਲੱਗਦਾ ਇੱਕ ਚੰਗੀ ਪਹਿਲ ਆ ਇਹਦੇ ਨਾਲ ਇਹ ਹੈ ਕਿ ਲੋਕਾਂ ਦੀ ਜਿਹੜੀ ਆਮ ਆਵਾਜ਼ ਹੈ ਉਹ ਹੁਣ ਕਿਸੇ ਇੱਕ ਅਦਾਰੇ ਦੀ, ਕਿਸੇ ਇੱਕ ਚੈਨਲਾਂ ਦੀ ਮੁਹਤਾਜ ਨਹੀਂ ਰਹੀ। ਉਹਨੂੰ ਅੱਗੇ ਮੌਕਾ ਮਿਲਿਆ, ਉਹਨੂੰ ਸਪੇਸ ਮਿਲੀ, ਉਹਨੂੰ ਥਾਂ ਮਿਲੀ। ਇੱਕ ਚੈਨਲ ਗੱਲ ਦਵਾ ਸਕਦਾ, ਦੋ ਚੈਨਲ ਦਵਾ ਸਕਦੇ ਨੇ, ਪਰ ਜਦੋਂ ਸੋਸ਼ਲ ਮੀਡੀਆ ਹੋਏਗਾ, ਲੋਕਾਂ ਦਾ ਚੈਨਲ ਹੋਏਗਾ, ਲੋਕਾਂ ਦਾ ਮੀਡੀਆ ਹੋਏਗਾ, ਉੱਥੇ ਗੱਲ ਦਬਦੀ ਨਹੀਂ। ਸੋ ਇਸ ਲਈ ਮੈਂ ਇਹਨੂੰ ਤਰੱਕੀ ਵਜੋਂ ਦੇਖਦਾ। ਪਰ ਤੁਸੀਂ ਇਕੱਲੇ ਪੰਜਾਬ ਨੂੰ ਨਾ ਦੇਖੋ। ਅੱਜ ਆਪਾਂ ਜਿਸ ਥਾਂ 'ਤੇ ਖੜ੍ਹੇ ਹਾਂ, ਇਸ ਥਾਂ 'ਤੇ ਨੈਸ਼ਨਲ ਮੀਡੀਆ ਦੇ ਮੁਕਾਬਲੇ ਖੇਤਰੀ ਮੀਡੀਆ ਬਹੁਤ ਜ਼ਿਆਦਾ, ਉਹ ਸਾਰੇ ਸੂਬਿਆਂ ਦਾ ਆ। ਸੋ ਇਸ ਲਈ ਮੇਰਾ ਖਿਆਲ ਇਹ ਲੋਕਾਂ ਨੂੰ ਲੱਗਾ ਕਿ ਜਿਹੜੀ ਸਾਡੀ ਭਾਸ਼ਾ ਦੀ ਗੱਲ, ਸਾਡੇ ਖਿੱਤੇ ਦੀ ਗੱਲ, ਸਾਡੇ ਕਿੱਤੇ ਦੀ ਗੱਲ, ਸਾਡੇ ਇਲਾਕੇ ਦੀ ਗੱਲ ਨੈਸ਼ਨਲ ਮੀਡੀਆ ਨਹੀਂ ਕਰਦਾ, ਹਿੰਦੀ ਮੀਡੀਆ ਨਹੀਂ ਕਰਦਾ, ਅੰਗਰੇਜ਼ੀ ਮੀਡੀਆ ਸਾਨੂੰ ਥਾਂ ਹੀ ਨਹੀਂ ਦਿੰਦਾ, ਉਹ ਸਾਡਾ ਆਪਣਾ ਮੀਡੀਆ ਕਰੇਗਾ। ਸੋ ਇਸ ਲਈ ਮੈਨੂੰ ਲੱਗਦਾ ਇਹ ਥਾਂ ਚੁਣੀ ਗਈ। ਹੁੰਦਾ ਕਿ ਸਕਿੱਲ ਆਪਾਂ ਕਹਿੰਦੇ ਹਰੇਕ ਖਿੱਤੇ ਦਾ ਸਕਿੱਲ ਹੈ, ਔਰ ਜਦੋਂ ਬਿਨਾਂ ਸਕਿੱਲ ਤੋਂ ਜਦੋਂ ਖਿੱਤੇ 'ਚ ਲੋਕ ਆਉਂਦੇ ਆ ਤਾਂ ਉਹਦੇ ਨੁਕਸਾਨ ਵੀ ਆਪਣੇ ਹੁੰਦੇ ਆ। ਖਾਸ ਤੌਰ ਤੇ ਇਹਦੀ ਮੈਂ ਗੱਲ ਕਰ ਰਿਹਾ, ਤੁਹਾਨੂੰ ਕੀ, ਤੁਹਾਡਾ ਓਪੀਨੀਅਨ ਕੀ ਹੈ? ਨਹੀਂ, ਦੇਖੋ ਇਦਾਂ ਨਹੀਂ ਹੁੰਦਾ। ਜਦੋਂ ਅਸੀਂ ਫਸਲ ਬੀਜਦੇ ਹਾਂ ਤਾਂ ਉਹਦੇ ਵਿੱਚ ਅਸੀਂ ਜਦੋਂ ਬੀਜ ਪਾਉਂਦੇ ਹਾਂ ਤਾਂ ਅਸੀਂ ਇਹੀ ਸੋਚ ਕੇ ਪਾਉਂਦੇ ਹਾਂ ਕਿ ਸਾਰੀ ਫਸਲ ਸਾਡੀ ਹਰੀ ਭਰੀ ਚੰਗੀ ਉੱਗੇ, ਪਰ ਉਹ 'ਚ ਨਦੀਨ ਵੀ ਉੱਗਦਾ, ਉਹ 'ਚ ਕਈ ਦਾਣੇ ਕੱਚੇ ਵੀ ਹੁੰਦੇ ਨੇ। ਸੋ ਇਸ ਲਈ ਇਹ ਫਸਲ ਹੈ, ਜਦੋਂ ਫਸਲ ਉੱਗੀ ਤਾਂ ਉਹਦੇ ਵਿੱਚ ਕੱਚੇ ਪੱਕੇ ਵੀ ਆਏ, ਉਹ ਲੋੜ ਸਾਨੂੰ ਸਵੀਕਾਰਨਾ ਚਾਹੀਦਾ। ਬਿਲਕੁਲ ਸਵੀਕਾਰਨਾ ਵੀ ਪਏਗਾ ਤੇ ਉਹਨਾਂ ਨੂੰ ਤਰਾਸ਼ਣਾ ਵੀ ਪਏਗਾ। ਟੋਕ ਰਿਹਾ ਸੀ, ਮੀਡੀਆ ਦੀ ਗੱਲ ਕਰ ਰਹੇ ਸੀ, ਤੁਸੀਂ ਦੇਖੋ ਪਿੱਛੇ ਮੀਡੀਆ ਦਾ ਵਿਰੋਧ ਹੋ ਰਿਹਾ ਹੈ। ਇਸ ਵਿਰੋਧ ਨੂੰ ਖਾਸ ਤੌਰ ਤੇ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਓਪੀਨੀਅਨ ਸੀਗਾ ਕਿ ਸਾਨੂੰ ਇਸ ਤਰ੍ਹਾਂ ਵਿਰੋਧ ਨਹੀਂ ਕਰਨਾ ਚਾਹੀਦਾ। ਦੇਖੋ ਜਦੋਂ ਇਹ ਵਿਰੋਧ ਆ ਨਾ, ਇਹਨੂੰ ਇੱਕ ਦੂਸਰੇ ਨਜ਼ਰੀਏ ਤੋਂ ਸਮਝਣ ਦੀ ਲੋੜ ਹੈ ਕਿ ਤੁਸੀਂ ਜਿਹਦੇ ਹੱਕ ਦੀ ਗੱਲ ਕਰੋਗੇ ਉਹਨੂੰ ਲੱਗੂਗਾ ਕਿ ਇਹ ਸਹੀ ਹੈ। ਜਦੋਂ ਤੁਸੀਂ ਉਸ ਦੇ ਹੱਕ ਤੋਂ ਉਲਟ ਗੱਲ ਕਰੋਗੇ, ਤੁਸੀਂ ਦੂਆ ਪਹਿਲੂ
ਜਦੋਂ ਤੁਸੀਂ ਦੂਸਰੇ ਪਹਿਲੂ ਦੀ ਗੱਲ ਕਰੋਗੇ, ਜਿਹੜੇ ਪਹਿਲੂ ਤੁਸੀਂ ਖਿਲਾਫ ਗੱਲ ਕਰ ਰਹੇ ਹੋ ਉਹਦੇ ਲਈ ਤੁਸੀਂ ਗਲਤ ਹੋ। ਅੱਜ ਜਿਹੜੇ ਲੋਕ ਕਿਸਾਨ ਅੰਦੋਲਨ ਨੂੰ ਲੈ ਕੇ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਹਵਾਲੇ ਨਾਲ ਗੱਲ ਕਰਦੇ ਨੇ ਤਾਂ ਉਹ ਸਰਕਾਰ ਦੀ ਨਜ਼ਰ 'ਚ ਗਲਤ ਨੇ, ਤੇ ਜਿਹੜੇ ਸਰਕਾਰ ਦੀ ਪੱਖ ਦੀ ਗੱਲ ਕਰਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਗਾ ਕਿ ਖੇਤੀ ਵਾਲਾ ਮਸਲਾ ਕੀ ਹੈ, ਪਿੰਡ ਵਾਲਾ ਮਸਲਾ ਕੀ ਹੈ, ਕਿਸਾਨਾਂ ਮਸਲਾ ਕੀ ਹੈ, ਜਿਹੜੇ ਦਿੱਲੀ ਸ਼ਹਿਰ 'ਚ ਜੰਮੇ ਪਲੇ, ਉਹਨਾਂ ਨੇ ਰਿਲਾਇੰਸ ਦੇ ਮਾਲ ਤੋਂ ਹੀ ਆਟਾ ਖਰੀਦਿਆ ਤੇ ਖਰੀਦ ਖਾ ਲਿਆ, ਉਹਨੂੰ ਕੀ ਪਤਾ। ਸੋ ਜਦੋਂ ਉਹ ਸਰਕਾਰੀ ਪਹਿਲੂ ਤੇ ਗੱਲ ਕਰਦਾ ਅੰਕੜਿਆਂ ਤੇ, ਤਾਂ ਉਹਨਾਂ ਨੂੰ ਸਾਨੂੰ ਲੱਗਦਾ ਕਿ ਇਹ ਗਲਤ ਨੇ। ਸੋ ਇਸ ਸਹੀ ਔਰ ਗਲਤ ਦੇ ਫੈਸਲੇ ਨੇ ਸਾਨੂੰ ਪਾੜੇ ਤੇ ਲਿਆ ਕੇ ਖੜਾ ਕੀਤਾ। ਪਰ ਸਾਡੇ 'ਚ ਹਈਆ ਹੋਣਾ ਚਾਹੀਦਾ, ਦਮ ਹੋਣਾ ਚਾਹੀਦਾ ਕਿ ਅਸੀਂ ਸਾਹਮਣੇ ਵਾਲੇ ਦੀ ਗੱਲ ਸੁਣ ਤਾਂ ਸਕੀਏ। ਸਹਿਣ ਕਰਨਾ ਨਹੀਂ ਆ ਰਿਹਾ, ਸਾਡੀ ਵੱਖਰੀ ਦਿੱਕਤ ਹੈ। ਸਾਡੀ ਸਹਿਣਸ਼ੀਲਤਾ ਹੁਣ ਖਤਮ ਹੁੰਦੀ ਜਾ ਰਹੀ ਹੈ, ਉਹ ਸਿਆਸਤ 'ਚ ਵੀ, ਉਹ ਧਰਮ 'ਚ ਵੀ, ਉਹ ਮੀਡੀਆ 'ਚ ਵੀ। ਸਾਡੇ ਤੇ ਦੋਸ਼ ਅਕਸਰ ਲੱਗਦਾ ਹੈ ਕਿ ਤੁਸੀਂ ਧਾਰਮਿਕ ਹੋ ਗਏ, ਮੀਡੀਆ ਵੀ ਧਾਰਮਿਕ ਹੋ ਗਿਆ। ਸਾਨੂੰ ਅਕਸਰ ਕਹਿੰਦੇ ਆ ਕਿ ਤੁਸੀਂ ਆਪਦੇ ਕੌਮ ਦੀ ਧਰਮ ਦੀ ਗੱਲ ਬਹੁਤ ਰੱਖਣ ਲੱਗ ਗਏ ਹੋ, ਜਦ ਕਿ ਪੱਤਰਕਾਰ ਧਰਮਾਂ ਤੋਂ ਉੱਤੇ ਹੋਣਾ ਚਾਹੀਦਾ ਹੈ। ਮੀਡੀਆ ਧਾਰਮਿਕ ਹੁੰਦਾ? ਮੀਡੀਆ ਧਾਰਮਿਕ ਤਾਂ ਨਹੀਂ ਹੁੰਦਾ, ਮੀਡੀਆ ਕੌਮੀ ਹੋ ਸਕਦਾ, ਮੀਡੀਆ ਖੇਤਰੀ ਹੋ ਸਕਦਾ, ਮੀਡੀਆ ਭਾਸ਼ਾ ਨੂੰ ਆਪਣੀ ਨੂੰ ਪਰਨਾਇਆ ਹੋਇਆ ਹੋ ਸਕਦਾ, ਪਰ ਉਹ ਧਾਰਮਿਕ ਨਹੀਂ ਹੁੰਦਾ। ਸੋ ਇਸ ਲਈ ਜਦੋਂ ਤੁਸੀਂ ਕਿਸੇ ਇੱਕ ਧਰਮ ਦੇ ਹਵਾਲੇ ਨਾਲ ਗੱਲ ਕਰੋਗੇ, ਇੱਕ ਪਾਸੜ ਹੋ ਕੇ ਗੱਲ ਕਰੋਗੇ, ਜੇਕਰ ਤੁਸੀਂ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਗੱਲ ਕਰੀ ਜਾਓ ਤੇ ਉਹਦੇ ਵਿੱਚ ਤੁਸੀਂ ਸਿਰਫ ਅਕਾਲੀ ਦਲ ਨੂੰ ਪੂਰਨ ਦਾ ਲੋਕ ਕਹਿਣਗੇ ਅਕਾਲੀ ਪੱਖੀ ਹੋ ਗਿਆ। ਜਦੋਂ ਤੁਸੀਂ ਸਿਰਫ ਇਹ ਗੱਲ ਕਰੋਗੇ ਹਾਂ ਕਾਂਗਰਸ ਦੀਆਂ ਨੀਤੀਆਂ ਨੇ, ਕੈਪਟਨ ਨੀਤੀਆਂ ਨੇ, ਤਾਂ ਲੋਕ ਇਹ ਵੀ ਦੇਖਣਗੇ ਕਾਂਗਰਸ ਪੱਖੀ ਆ ਕਿ ਕੈਪਟਨ ਪੱਖੀ ਆ ਕਿ ਸਿੱਧੂ ਪੱਖੀ ਆ। ਸੋ ਇਸ ਲਈ ਤੁਸੀਂ ਮਾੜੀ ਜੀ ਗੱਲ ਤਾਂ ਕਰਕੇ ਦੇਖੋ, ਲੋਕ ਤੁਹਾਡਾ ਪਿਛਲਾ ਭੁੱਲ ਜਾਂਦੇ ਨੇ, ਅਗਲੇ ਦੀ ਉਮੀਦ ਨਹੀਂ ਕਰਦੇ। ਹੁਣ ਤੁਸੀਂ ਜੋ ਕਹਿਤਾ ਬਸ ਉਸੇ ਤੇ ਜਦੇ ਥੱਲੇ। ਇੱਕ ਸਾਡੇ ਕਮੈਂਟ ਦੀ ਜਿਹੜੀ ਆਦਤ ਹੈ ਨਾ, ਉਹ ਬਾ ਕਮਾਲ ਆ ਬਾਈ ਜੀ। ਲੋਕ ਕਈ ਵਾਰ ਸਾਡੀ ਪੂਰੀ ਵੀਡੀਓ ਖੋਲ ਕੇ ਵੀ ਨਹੀਂ ਦੇਖਦੇ, ਪੂਰੀ ਚੀਜ਼ ਚਲਾ ਕੇ ਵੀ ਨਹੀਂ ਦੇਖਦੇ, ਕੀ ਕਿਹਾ ਕੀ ਨਹੀਂ, ਹੈਡਿੰਗ ਪੜਿਆ ਤੇ ਉਹਦੇ ਪਰ ਕਮੈਂਟ ਦੇ ਦੇਣਾ, ਲਓ ਬਾਈ ਜੀ ਤੁਸੀਂ ਤਾਂ ਐਂ ਕੀਤਾ, ਤੁਸੀਂ ਇਹ ਜਿਹੜੀ ਹੈ ਮੈਨੂੰ ਲੱਗਦਾ ਸਾਨੂੰ ਸੁਣਨ ਦੀ, ਕਿਉਂਕਿ ਆਪਣੀ ਆਮ ਲਿਖਤ ਦੇ ਵਿੱਚ ਵੀ ਇਹ ਕਿਹਾ ਜਾਂਦਾ, ਪਾਤਰ ਸਾਹਿਬ ਵੀ ਅਕਸਰ ਗੱਲ ਕਰਦੇ ਹੁੰਦੇ ਨੇ ਕਿ ਜੇਕਰ ਤੁਸੀਂ ਚੰਗੇ ਬੁਲਾਰੇ ਬਣਨਾ ਤਾਂ ਚੰਗੇ ਸਰੋਤੇ ਬਣੋ, ਜੇਕਰ ਤੁਸੀਂ ਚੰਗੇ ਲੇਖਕ ਬਣਨਾ ਤਾਂ ਚੰਗੇ ਪਾਠਕ ਬਣੋ। ਸੋ ਇਸੇ ਤਰ੍ਹਾਂ ਸਾਨੂੰ ਪਹਿਲਾਂ ਸੁਣਨ ਦੀ ਆਦਤ ਪਾਉਣੀ ਪਏਗੀ, ਫਿਰ ਅਸੀਂ ਕਮੈਂਟ ਦੇਣ ਜੋਗੇ ਹੋਈਏ। ਸੋ ਕਾਹਲੀ ਨਹੀਂ ਕਰਨੀ ਚਾਹੀਦੀ। ਸਾਡਿਆਂ 'ਚ ਉਤਾਵਲ, ਲਹੂ ਤਾਂ ਆਪਣਾ ਪੰਜਾਬ ਵਾਲਾ ਨਾ, ਪਰ ਅਸੀਂ ਕਾਲੇ ਬਹੁਤ ਆ, ਗਰਮ ਬਹੁਤ ਆ। ਰਿਲਾਇਬਿਲਟੀ ਤੇ ਕ੍ਰੈਡੀਬਿਲਟੀ ਦਾ ਵੀ ਬਹੁਤ ਵੱਡਾ ਸਵਾਲ ਹੈ। ਜਦੋਂ ਅਖਬਾਰਾਂ 'ਚ ਚੀਜ਼ਾਂ ਛਪਦੀਆਂ ਹੁੰਦੀਆਂ ਸੀ, ਉਹਦਾ ਕੋਈ ਮਤਲਬ ਮਾਇਨੇ ਹੁੰਦਾ ਸੀ। ਆਪਾਂ ਆਮ ਕਹਿ ਦਿੰਦੇ ਹੁੰਦੇ ਸੀ ਯਾਰ ਟ੍ਰਿਬਿਊਨ 'ਚ ਛਪ ਗਈ, ਮਤਲਬ ਕੋਈ ਗੱਲ ਹੈ। ਹੁਣ ਪੱਕਾ ਹੈ ਇਹ ਵੀ ਨਵਜੋਤ ਸਿੱਧੂ ਬਣਨਗੇ ਪ੍ਰਧਾਨ ਹੋਣ ਦਾ ਜਿਹੜਾ ਰੌਲਾ ਚੱਲਿਆ, ਜੇ ਟ੍ਰਿਬਿਊਨ ਛਾਪ ਦਿੰਦਾ ਸੀ ਤਾਂ ਪਤਾ ਹੁੰਦਾ ਸੀ ਵੀ ਇਹ ਸਵੇਰੇ ਬਣ ਜਾਊਗਾ। ਲੇਕਿਨ ਪਿਛਲੇ ਦਿਨਾਂ 'ਚ ਪੋਲੀਟੀਕਲ ਰਿਪੋਰਟਿੰਗ ਜਿਸ ਤਰ੍ਹਾਂ ਦੀ ਹੋਈ ਹੈ, ਹਰ ਰੋਜ਼ ਸਾਡਾ ਸਟੈਂਡ ਚੇਂਜ ਹੁੰਦਾ ਰਿਹਾ ਔਰ ਪੰਜਾਬ ਦੇ ਪੂਰੇ ਮੀਡੀਆ ਨਾਲ ਇਸ ਤਰ੍ਹਾਂ ਹੁੰਦਾ ਰਿਹਾ। ਕੀ ਰਿਸੋਰਸਸ ਦੀ ਘਾਟ ਹੋ ਗਈ ਜਾਂ ਪੱਤਰਕਾਰ ਹੁਣ ਦਫ਼ਤਰ 'ਚ ਬਹਿ ਕੇ ਡਿਸਾਈਡ ਕਰਨ ਲੱਗ ਗਏ? ਰਿਸੋਰਸਸ ਦੀ ਘਾਟ ਨਹੀਂ ਹੋ ਗਈ, ਸਾਡੀ ਪਹੁੰਚ ਦੀ ਘਾਟ ਹੋ ਗਈ। ਤੁਸੀਂ ਇਹ ਦੇਖੋ ਕਿ ਇਸ ਸਮੇਂ ਸੋਸ਼ਲ ਮੀਡੀਆ ਦੀ ਦੋ ਚੀਜ਼ਾਂ ਦੀ ਇੱਕ ਕਮੀ ਆ ਰਹੀ ਆ। ਇੱਕ ਤਾਂ ਸਭ ਤੋਂ ਵੱਡੀ ਆ ਰਹੀ ਹੈ ਕਿ ਅਸੀਂ ਬ੍ਰੇਕ ਕਰਨ ਦੇ ਚੱਕਰ ਦੇ ਵਿੱਚ ਕਿ ਸਭ ਤੋਂ ਪਹਿਲਾਂ ਖਬਰ ਮੈਂ ਦੇ ਦੇਵਾਂ, ਧੱਕੇ ਨਾਲੇ ਬਣਾ ਦੇਣਾ, ਚਾਹੇ ਸਿੱਧੂ ਬਣਿਆ ਕਿ ਨਹੀਂ ਬਣਿਆ। ਕਿਸੇ ਨੂੰ ਨਹੀਂ ਪਤਾ ਸੀ ਕਿ ਦਿੱਲੀ ਚੱਲ ਕੀ ਰਿਹਾ, ਉਹਦੇ ਬਾਵਜੂਦ ਹਰੇਕ ਬੰਦਾ ਐਕਸਪਰਟ ਬਣਿਆ ਸੀ ਕਿ ਸਿੱਧੂ ਤਾਂ ਬਣੇ ਗਿਆ ਜੀ। ਸੋ ਉਸ ਚੱਕਰ ਦੇ ਵਿੱਚ ਪਹਿਲ ਕਰਨ ਦੇ ਚੱਕਰ 'ਚ ਅਸੀਂ TRP ਦੇ ਚੱਕਰ 'ਚ ਗਲਤੀ ਕੀਤੀ। ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸੋਰਸ ਦੀ ਕਮੀ, ਸੋਰਸ ਦਾ ਹਾਲ ਇਹ ਦੇਖ ਲਓ, ਮੈਂ 11 ਮੀਟਿੰਗਾਂ ਵਿਗਿਆਨ ਭਵਨ ਦੇ ਬਾਹਰ ਅਟੈਂਡ ਕੀਤੀਆਂ। 12ਵੀਂ ਅਮਿਤ ਸ਼ਾਹ ਦੇ ਘਰ ਦੇ ਬਾਹਰ ਵੀ ਖੜਾ ਤੇ ਉਹ ਤੋਂ ਬਾਅਦ ਜਿੱਥੇ ਪਹੁੰਚੇ ਉੱਥੇ ਨਹੀਂ ਪਹੁੰਚਿਆ। 12 ਮੀਟਿੰਗਾਂ ਮੈਂ ਆਪਣੇ ਹੱਡੀ ਹੰਡਾਈਆਂ। 11 ਮੀਟਿੰਗਾਂ 'ਚੋਂ ਮੈਂ ਆਪਣੇ ਉਹਨਾਂ ਪੱਤਰਕਾਰਾਂ ਨੂੰ ਵੀ ਜਾਣਦਾ ਜਿਹੜੇ ਇੱਕ ਨੈਸ਼ਨਲ TV ਦੇ ਪੱਤਰਕਾਰ ਦੇ ਆਲੇ ਦੁਆਲੇ ਖੜ ਜਾਂਦੇ ਸੀ ਕਿ ਉਹਨੂੰ ਕੀ WhatsApp ਆ ਰਿਹਾ, ਉਹਨੂੰ ਦੇਖ ਕੇ ਜਦੇ ਖਬਰ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦੇ ਸੀ। ਇਹਦਾ ਮਤਲਬ ਤੁਸੀਂ ਆਪਣੀ ਅਪਰੋਚ ਕੋਸ਼ਿਸ਼ ਨਹੀਂ ਕਰ ਰਹੇ, ਤੁਸੀਂ ਆਪਣੀ ਥਾਂ ਹੀ ਨਹੀਂ ਬਣਾ ਪਾ ਰਹੇ। ਲੋਕ ਤੁਹਾਡੇ ਤੇ ਭਰੋਸਾ, ਇੱਕ ਚੈਨਲ ਵਾਲੇ ਸਾਡੇ ਸਾਥੀ ਇਹ ਵੀ ਕਰਦੇ ਸੀ, ਅੰਦਰੋਂ ਮੈਨੂੰ ਫੋਨ ਆਇਆ, ਅੰਦਰੋਂ ਇਹ ਰਿਪੋਰਟ ਆਈ। ਨਹੀਂ, ਜੇਕਰ ਤੁਸੀਂ ਅੰਦਰ ਵਾਲੇ ਬੰਦਿਆਂ ਦੇ ਸੁਨੇਹੇ ਤੇ ਲੀਕ ਕਰਦੇ ਹੋ ਤਾਂ ਸਾਨੂੰ ਵੀ ਜਥੇਬੰਦੀਆਂ ਦੇ ਆਗੂ ਕੋਈ ਕਿੰਨਾ ਕੁ ਦੱਸਦੇ ਹੋਣਗੇ। ਜੇਕਰ ਤੁਸੀਂ ਉਹਨਾਂ ਦੇ ਨਾਂ ਲੈ ਕੇ ਗੱਲ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਦੀ ਭਰੋਸਗੀ ਅੰਦਰ ਮੋਰਚੇ 'ਚ ਵੀ ਖਰਾਬ ਕਰ ਰਹੇ ਹੋ। ਸੋ ਇਸ ਲਈ ਮੀਡੀਆ ਭਰੋਸੇ ਦਾ ਹੁੰਦਾ। ਸੂਤਰ ਸ਼ਬਦ ਉਹੀ ਨਹੀਂ ਬਣਿਆ, ਸੂਤਰ ਸ਼ਬਦ ਉਹੀ ਨਹੀਂ ਬਣਿਆ। ਇਹ ਸੂਤਰ ਸ਼ਬਦ ਇਸੇ ਲਈ ਬਣਿਆ ਤਾਂ ਕਿ ਉਹਦੀ ਇੱਜ਼ਤ ਨੂੰ ਵੀ ਨਾ ਖਰਾਬ ਹੋਵੇ ਤੇ ਲੋਕਾਂ ਨੂੰ ਸਹੀ ਖਬਰ ਵੀ ਮਿਲ ਜਾਵੇ। ਮੈਂ ਕਹਿ ਰਿਹਾ ਸੀ ਕਿ ਇਹਨੂੰ ਰਿਫਾਈਨ ਕਰਨਾ ਪੈਣਾ ਸਾਨੂੰ, ਜਿਸ ਤਰੀਕੇ ਨਾਲ ਕੀ ਇਹਨੂੰ ਫਿਲਟਰ ਕਰਨਾ ਪਊਗਾ ਹੁਣ ਔਰ ਸਿੱਖਣਾ ਪਊਗਾ ਔਰ ਅੱਗੇ ਜਾ ਕੇ ਬਿਹਤਰੀ ਵੱਲ ਜਾਵਾਂਗੇ, ਜਾਂ ਹਾਲੇ ਹੋਰ ਨਿਗਾਰ ਆਊਗਾ ਇਸ ਚੀਜ਼? ਦੇਖੋ ਉਹਦੇ ਵਿੱਚ ਜਿਹੜਾ ਰਿਫਾਈਨ ਕਰਨ ਵਾਲਾ ਮਸਲਾ, ਉਹਦੇ ਵਿੱਚ ਅਦਾਰਿਆਂ ਦੀ ਕਿਤੇ ਨਾ ਕਿਤੇ ਅਦਾਰਿਆਂ ਨੂੰ ਇੱਕ ਘੱਟੋ ਘੱਟ ਪੱਤਰਕਾਰਾਂ ਨੂੰ ਲੇਬਰ ਵਾਲੇ 'ਚੋਂ ਕੱਢ ਕੇ ਇੱਕ ਠੀਕ ਠਾਕ ਵਾਲੇ 'ਚ ਲੈਣਾ ਪਵੇਗਾ। ਅਸੀਂ ਮਜ਼ਦੂਰੀ ਕਰ ਰਹੇ ਹਾਂ, ਸਾਡੇ ਕੈਮਰਾਮੈਨ, ਸਾਡੇ ਪੱਤਰਕਾਰ, ਸਾਡੇ ਡੈਸਕ ਵਾਲਿਆਂ ਨੂੰ ਕਿੰਨੀਆਂ ਕੁ ਤਨਖਾਹਾਂ ਮਿਲਦੀਆਂ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਲਈ ਜਿਹੜਾ ਉਹ ਸੰਘਰਸ਼ ਹੈ, ਉਹ ਸੰਘਰਸ਼ ਫਿਰ ਕੱਚੇ ਘਾੜਿਆਂ ਨੂੰ ਵਿੱਚ ਲਿਆਉਂਦਾ। ਇਸ ਲਈ ਉਹਨੂੰ ਮਜ਼ਬੂਰੀ ਹੁੰਦੀ ਕਿ ਜਿਹੜਾ ਆਉਂਦਾ ਰੱਖ ਲਓ। ਇੱਕ ਵਾਰ ਕਿਸੇ ਦੀ ਸਕਰੀਨ ਤੇ ਦੇਖ ਲਿਆ, ਉਹਨੂੰ ਬੋਲਣਾ ਆਉਂਦਾ ਕਿ ਨਹੀਂ ਬੋਲਣਾ, ਉਹ 10 ਵਾਰ ਰੁਕਦਾ ਕਿ ਨਹੀਂ ਰੁਕਦਾ ਉਹ ਮਸਲਾ ਨਹੀਂ, ਬਸ ਸਕਰੀਨ ਤੇ ਬੋਲ ਲੈਂਦਾ, ਬਲਾ ਲਓ। ਸੋ ਜਿਹੜੀ ਇਹ ਚੀਜ਼ ਹੈ ਇਹ ਰਿਫਾਈਨ ਕਰਨੀ ਪਏਗੀ। ਦੂਸਰਾ, ਸਾਨੂੰ ਇਸ ਗੱਲ ਤੇ ਆਉਣਾ ਪਏਗਾ ਘੱਟੋ ਘੱਟ ਜਰਨਲਿਜ਼ਮ ਕੀਤਾ ਹੋਵੇ, ਜਰਨਲਿਜ਼ਮ ਦੀ ਡਿਗਰੀ 'ਚੋਂ ਆਇਆ ਹੋਵੇ,
ਉਸ ਤੋਂ ਬਾਅਦ ਉਹਦਾ ਤਜਰਬਾ ਕਿਹੜੇ ਅਦਾਰੇ 'ਚ ਹੋਇਆ ਉਹ ਮੈਂ ਤਜਰਬਾ। ਪਹਿਲਾਂ ਕਹਿ ਰਿਹਾ ਸੀ ਸਕਿੱਲ ਵਾਲੀ, ਜਦੋਂ ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿ ਜਦੋਂ ਬਿਨਾਂ ਸਕਿੱਲ ਤੋਂ ਕੋਈ ਬੰਦਾ ਆਊਗਾ ਤਾਂ ਫਿਰ ਉਹਨੂੰ ਜਾਂ ਤਾਂ ਬਹੁਤ ਸਮਾਂ ਲੱਗੂਗਾ, ਰਿਫਾਈਨ ਹੋਊਗਾ, ਉਹ ਉਹਨਾਂ ਸਮਾਂ ਜਦੋਂ ਉਹ ਰਹੂਗਾ ਇੰਡਸਟਰੀ ਦੇ ਵਿੱਚ ਤਾਂ ਉਹਦਾ ਨੁਕਸਾਨ ਹੈ। ਨਹੀਂ ਦੇਖੋ, ਜਿਹੜਾ ਸਕਿੱਲ ਵਾਲਾ ਮਸਲਾ ਅਸੀਂ ਆਪਣੇ ਪਿੰਡਾਂ 'ਚ ਦੇਖਿਆ ਕਿ ਜਦੋਂ ਜਵਾਕ ਨੂੰ ਸ਼ੁਰੂ ਦੇ ਵਿੱਚ ਦਾਤੀ ਹੱਥ ਫੜਾਈ ਜਾਂਦੀ ਸੀ ਤਾਂ 4 ਵਾਰ ਦੱਸਣਾ ਪੈਂਦਾ ਸੀ ਔਰ ਅਕਸਰ ਉਂਗਲੀ ਵੱਢ ਹੋ ਜਾਂਦੀ ਸੀ ਦਾਤੀ ਨਾਲ ਜਦੋਂ ਕੱਖ ਵੱਢਣ ਜਾਂਦੇ ਸੀ। ਇਸੇ ਤਰ੍ਹਾਂ ਜਿਹੜਾ ਬੰਦਾ ਹਲਵਾਈ ਕੋਲ ਪਹਿਲੀ ਵਾਰ ਕੰਮ ਕਰਨ ਜਾਂਦਾ ਨਾ 6 ਮਹੀਨੇ ਜਲੇਬੀ ਨਹੀਂ ਬਣਾਉਣੀ ਆਉਂਦੀ ਉਹਨੂੰ। ਸੋ ਜਲੇਬੀ ਬਣਾਉਣਾ ਵੀ ਇੱਕ ਕਲਾ ਹੈ। ਸੋ ਇਹ ਮੀਡੀਆ ਨੂੰ ਇੰਨਾ ਆਸਾਨ ਨਾ ਸਮਝੋ ਕਿ ਆ ਮਾਈਕ ਫੜ ਲਿਆ ਤੇ ਆਪਾਂ ਬੋਲਣਾ ਸ਼ੁਰੂ ਕਰਤਾ। ਇਸ ਲਈ ਇਹਦੀ ਰਿਫਾਈਨਰੀ ਵੀ ਜ਼ਰੂਰੀ ਹੈ, ਇਹਦੀ ਸਕੂਲਿੰਗ ਵੀ ਜ਼ਰੂਰੀ ਆ। ਔਰ ਤੁਸੀਂ ਕਿਹੜੇ ਅਦਾਰੇ 'ਚ ਜਾ ਰਹੇ ਹੋ, ਕਿਹੜੇ ਪੱਤਰਕਾਰ ਦੇ ਅਧੀਨ ਕੰਮ ਕਰ ਰਹੇ ਹੋ, ਕਿਹੜੇ ਪੱਤਰਕਾਰ ਨਾਲ ਕੰਮ ਕਰ ਰਹੇ ਹੋ, ਇਹ ਵੀ ਬਹੁਤ ਅਕਾਊਂਟ ਕਰਦਾ। ਤੁਸੀਂ ਜਿਹੇ ਜਿਹੇ ਪੱਤਰਕਾਰ ਜਾਓਗੇ, ਜੇ ਚੀਕਣ ਵਾਲੀ ਸ਼ੈਲੀ ਸਿੱਖਣੀ ਹੈ ਨੈਸ਼ਨਲ ਮੀਡੀਆ ਵਾਲੀ ਤਾਂ ਤੁਸੀਂ ਚੀਕਣ ਵਾਲੇ ਬਣ ਜਾਓਗੇ। ਜੇਕਰ ਤੁਸੀਂ ਤੱਥਾਂ ਦੇ ਆਧਾਰ ਤੇ ਗੱਲ ਕਰਨੀ, ਤੱਥਾਂ ਵਾਲੇ ਪੱਤਰਕਾਰ ਹੋਗੇ ਤਾਂ NDTV ਵਰਗੇ ਕੋਲ ਹੋਗੇ, ਰਵੀਸ਼ ਵਰਗੇ ਤੱਥਾਂ ਦੇ ਆਧਾਰ ਤੇ ਗੱਲ ਕਰੋਗੇ। ਸੋ ਤੁਸੀਂ ਆਦਰਸ਼ ਕਿਹਨੂੰ ਮੰਨ ਕੇ ਚੱਲਦੇ ਹੋ ਇਹ ਵੀ ਕਾਊਂਟ ਕਰਦਾ। ਤੁਸੀਂ ਕਿਹੜੇ ਸਕੂਲ ਤੋਂ ਪੜ੍ਹਾਈ ਪੜ੍ਹ ਕੇ ਆਏ ਹੋ ਇਹ ਵੀ ਕਾਊਂਟ ਕਰਦਾ। ਕਿ ਮਾਰਕੀਟ ਦੇ ਵਿੱਚ ਅਕਸਰ ਇਹ ਚਰਚਾ ਹੋ ਰਹੀ ਹੈ ਕਿ ਜਦੋਂ ਇੱਕ TRP ਦੀ ਦੌੜ ਤੋਂ ਹੁਣ ਵਿਊ ਦੀ ਦੌੜ ਤੇ ਲਿਆ ਕੇ ਖੜਾ ਕਰਤਾ ਸਾਨੂੰ, ਸ਼ਾਮ ਨੂੰ ਇਹ ਗਿਣਦੇ ਆ ਵੀ 1 ਮਿਲੀਅਨ ਹੋਇਆ, ਕਿੰਨੇ ਹੋ ਗਏ, ਫਲਾਣੇ ਤੇ ਕਿੰਨੇ ਹੋ ਗਏ। ਕੀ ਉਹ ਸਪੇਸ ਹੈਗੀ ਹੈ ਕਿ ਚੰਗੀ ਪੱਤਰਕਾਰੀ, ਫੈਕਚੁਅਲ ਪੱਤਰਕਾਰੀ, ਤੱਥਾਂ ਵਾਲੀ ਪੱਤਰਕਾਰੀ ਨੂੰ ਸਰੋਤੇ ਮਿਲਣਗੇ? ਨਹੀਂ ਮੱਕੜਵੀਰ, ਸਪੇਸ ਹੈਗੀ ਆ। ਜੇ ਸਪੇਸ ਨਾ ਹੁੰਦੀ ਤਾਂ ਇਸ ਭੀੜ ਦੇ ਵਿੱਚ ਮੱਕੜ ਦਾ ਵੱਖਰਾ ਨਾਂ ਕਿਉਂ ਹੁੰਦਾ? ਜੇਕਰ ਇਹ ਸਪੇਸ ਨਾ ਹੁੰਦੀ ਤਾਂ ਮੈਂ ਅਖਬਾਰੀ ਪੱਤਰਕਾਰ ਸੀ, ਮੈਨੂੰ ਅੱਜ ਮੀਡੀਆ ਦੇ ਵਿੱਚ ਇਸ ਟੈਲੀਵਿਜ਼ਨ ਵਾਲੀ ਮੀਡੀਆ 'ਚ ਕਿਉਂ ਪਹਿਚਾਣ ਮਿਲਦੀ? ਜੇ ਸਪੇਸ ਨਾ ਹੁੰਦੀ ਤਾਂ ਅੱਖਰ ਦੀ ਅੱਜ ਵੱਖਰੀ ਪਹਿਚਾਣ ਨਾ ਹੁੰਦੀ। ਸੋ ਜਿਹੜੇ ਇਹ ਨਵੀਆਂ ਟੀਮਾਂ ਨਿਕਲ ਗਈਆਂ ਉਹ ਇਸੇ ਭੀੜ 'ਚੋਂ ਨਿਕਲ ਗਈਆਂ। ਸੋ ਇਸ ਲਈ ਇਹ ਨਹੀਂ ਹੁੰਦਾ, ਮਤਲਬ ਕਿ ਹੰਸ ਨੂੰ ਪਤਾ ਹੁੰਦਾ ਕਿ ਹੀਰਾ ਕਿਹੜਾ, ਉਹਨੂੰ ਚੋਗਾ ਚੁਗਣਾ ਉਹ ਆਉਂਦਾ। ਸੋ ਇਸ ਲਈ ਸਾਨੂੰ ਪਹਿਚਾਣ ਤਾਂ ਕਰਨੀ ਪਏਗੀ, ਅਸੀਂ ਕੀ ਦੇਖਣਾ। ਜਿਹੜਾ ਅਸੀਂ ਜਿਹੜੀ ਵੀ ਚੀਜ਼ ਆਈ ਉਹ ਦੇਖੀ ਜਾਂਦੇ ਆ, ਇਹ ਵੀ ਗਲਤ ਹੈ। ਸੋ ਅਸੀਂ TRP ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਇਹਦੇ ਗੀਤ ਮਾੜੇ ਨੇ, ਇਹਦੇ ਬੋਲ ਮਾੜੇ ਨੇ, ਇਹ ਸਿੰਗਰ ਮਾੜਾ, ਤੇ ਦੂਏ ਪਾਸੇ ਸਭ ਤੋਂ ਵੱਧ ਦੇਖਦੇ ਵੀ ਅਸੀਂ ਆ। ਮਾੜੀ ਚੀਜ਼ ਨੂੰ ਅਸੀਂ ਇੰਨਾ ਸ਼ੇਅਰ ਕਰਦੇ ਹਾਂ, ਬਾਈ ਜੀ ਦੇਖੋ ਇਹਨੇ ਕੀ ਕਹਿਤਾ, ਤੋ ਅਗਲੇ ਨੂੰ ਤਾਂ ਫਾਇਦਾ ਹੋ ਰਿਹਾ। ਤੁਹਾਡਾ ਚੰਗੀ ਕਹਾਣੀ, ਚੰਗੀ ਸਟੋਰੀ ਵੀ ਅਗਲਾ ਕਹਿਣਾ ਕਿ ਕੋਈ ਨਾ ਬਾਈ ਵਧੀਆ, ਥੱਲੇ ਗੁੱਡ ਲਿਖ ਕੇ ਸਾਰ ਦੇਣਾ, ਗੁੱਠਾ ਭੇਜ ਕੇ ਸਾਰ ਦੇਣਾ। ਸੋ ਇਸ ਲਈ ਚੰਗੀ ਚੀਜ਼ ਨੂੰ ਅੱਗੇ ਪਹੁੰਚਾਉਣਾ ਵੀ ਆਉਣਾ ਚਾਹੀਦਾ, ਚੰਗੀ ਚੀਜ਼ ਬਾਰੇ ਗੱਲ ਕਰਨੀ ਵੀ ਆਉਣੀ ਚਾਹੀਦੀ ਹੈ। ਔਰ ਅਦਾਰਿਆਂ ਨੂੰ ਵੀ ਪਹਿਲ ਕਰਨੀ ਪਏਗੀ, ਉਹ ਚੰਗੀ ਟੀਮਾਂ ਰੱਖਣ, ਉਹਨਾਂ ਨੂੰ ਸਿਖਾਉਣ, ਸਕੂਲਿੰਗ ਕਰਨ। ਜਿਹੜਾ ਵਿਅਕਤੀ ਫੀਲਡ 'ਚ ਪੱਤਰਕਾਰੀ ਕਰ ਰਿਹਾ ਉਸ ਨੂੰ ਧਰਾਤਲ ਦੀਆਂ ਸਮੱਸਿਆਵਾਂ ਵੱਧ ਪਤਾ ਹੁੰਦੀਆਂ। ਡੈਸਕ ਵਾਲੇ ਜਿਹੜਾ ਹੁਕਮ ਚੜ੍ਹਦੇ ਨੇ, ਮੇਰੀ ਹਰੇਕ ਥਾਂ ਇਹ ਬੇਨਤੀ ਰਹਿੰਦੀ ਹੈ ਕਿ ਜੇਕਰ ਤੁਸੀਂ ਜਰਨਲਿਜ਼ਮ 'ਚ ਆਉਣਾ ਹੈ ਔਰ ਫੀਲਡ ਜਰਨਲਿਜ਼ਮ ਕਰਨੀ ਹੈ, ਡੈਸਕ ਜਰਨਲਿਜ਼ਮ ਕਰਨੀ ਹੈ ਤਾਂ 6 ਮਹੀਨੇ ਫੀਲਡ 'ਚ ਜ਼ਰੂਰ ਆਓ, ਧਰਾਤਲ ਤੇ ਜ਼ਰੂਰ। ਇਹਦੇ ਲਈ ਜ਼ਰੂਰੀ ਹੈ, ਚਾਹੇ ਉਹ ਅਖਬਾਰੀ ਹੋਵੇ, ਚਾਹੇ TV ਮੀਡੀਆ ਹੋਵੇ। ਸੋ ਮੈਨੂੰ ਲੱਗਦਾ ਅਦਾਰਿਆਂ ਦੀ ਭੂਮਿਕਾ ਬਹੁਤ ਅਹਿਮ ਹੈ। ਮਾਲਕਾਂ ਨੂੰ ਪੈਸੇ ਦੀ ਬਜਾਏ ਚੰਗੇ ਪੱਤਰਕਾਰ ਬਣਾਉਣ ਵੱਲ ਵਧਣਾ ਪਏਗਾ। ਚੰਗੇ ਪੱਤਰਕਾਰ ਦਾ ਮਤਲਬ ਚੰਗਾ ਭਵਿੱਖ, ਚੰਗਾ ਪੰਜਾਬ, ਚੰਗਾ ਦੇਸ਼ ਹੋਏਗਾ। ਤੁਹਾਨੂੰ ਆਖਰੀ ਸਵਾਲ ਹੈ, ਤੁਹਾਨੂੰ ਲੱਗਦਾ ਹੈ ਕਿ ਇਸ ਪੂਰੇ ਕਿਸਾਨ ਐਜੀਟੇਸ਼ਨ ਦੇ ਦੌਰਾਨ ਬਹੁਤ ਸਾਰੇ ਫੈਕਚੁਅਲ ਮੁੱਦਿਆਂ ਦੇ ਉੱਤੇ ਜਿਹੜੀ ਡਿਸਕਸ਼ਨ ਹੋਣੀ ਚਾਹੀਦੀ ਸੀ ਉਹ ਮੰਨਫੀ ਰਹੀ ਹੈ? ਕਿਵੇਂ ਪ੍ਰਾਈਸਸ ਤੈਅ ਕੀਤੇ ਜਾਂਦੇ ਆ, ਕਿਵੇਂ ਫਸਲਾਂ ਦੇ ਭਾਅ ਘੱਟ ਮਿਲਦੇ ਆ ਰਹੇ ਆ, ਸਬਸਿਡੀ ਦਾ ਕੀ ਇੰਪੈਕਟ ਪੈ ਰਿਹਾ ਹੈ, ਇਕਨੋਮਿਕ ਕੁਐਸਚਨਸ ਘੱਟ ਹੋਏ, ਰਾਦਰ ਇਹ ਜ਼ਿਆਦਾ ਹੋਇਆ ਕਿ ਤੇਰੇ ਬਾਰੇ ਫਲਾਣੇ ਨੇ ਕਹਿਤਾ, ਉਹਨੇ ਉਹਦਾ ਜਵਾਬ ਦਿਆ ਤੇ ਫਿਰ ਉਹ ਅਗਲੇ ਦਿਨ ਚੜਾ ਕੇ ਦੱਸਿਆ। ਉਹ ਸਵਾਲ ਇਹ ਬਹੁਤ ਕਮੀ ਰਹੀ ਹੈ। ਉਹਦੇ ਵਿੱਚ ਨਾ ਲੀਡਰਾਂ 'ਚ ਕੋਈ ਕਮੀ ਹੈ, ਨਾ ਸੰਯੁਕਤ ਮੋਰਚੇ 'ਚ ਕੋਈ ਕਮੀ ਹੈ, ਨਾ ਇੱਥੇ ਆਮ ਆਏ ਹੋਏ ਕਿਸਾਨਾਂ 'ਚ ਕਮੀ ਸੀ। ਕਮੀ ਸਾਡੇ ਸਵਾਲਾਂ 'ਚ ਸੀ, ਕਮੀ ਸਾਡੀ ਜਾਣਕਾਰੀ ਸੀ। 90% ਸਾਡੇ ਸਾਥੀ MSP ਦੀ ਮੰਗ ਦੇ ਸਵਾਲ ਤੇ ਤਾਂ ਗੱਲ ਕਰਦੇ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ MSP ਦਾ ਮਤਲਬ ਘੱਟੋ ਘੱਟ ਸਮਰਥਨ ਮੁੱਲ ਹੈ। ਜਾਇਜ਼ ਨਹੀਂਗਾ ਉਹ ਵੀ, ਉਹਦੀ ਫਸਲ ਦਾ ਪੂਰਾ ਮੁੱਲ ਨਹੀਂ ਹੈਗਾ, ਉਹ ਘੱਟੋ ਘੱਟ ਮਿਲੇ। ਉਹਦੀ ਦਿਹਾੜੀ ਤਾਂ ਕਿਤੇ ਐਡ ਹੀ ਨਹੀਂ ਉਹਦੇ ਵਿੱਚ, ਜਦੋਂ ਕਿ ਉਹਦੀ ਜਿਹੜੀ ਆਪਣੇ ਖੇਤਾਂ 'ਚ ਦਿਹਾੜੀ ਆ ਉਹ ਤਾਂ ਕਿਤੇ ਐਡ ਹੀ ਨਹੀਂ। ਪੈਟਰੋਲ ਡੀਜ਼ਲ, ਜਦੋਂ ਪੈਟਰੋਲ ਡੀਜ਼ਲ ਦੇ ਭਾਅ ਵੱਧਦੇ ਨੇ, ਮੱਕੜਵੀਰ ਆਪਾਂ ਜਾਣਦੇ ਹਾਂ, ਜਿੱਦਾਂ ਡੀਜ਼ਲ ਦਾ ਭਾਅ ਵੱਧਦਾ 30 ਦਿਨ ਸਰਕਾਰ ਬੱਸਾਂ ਦੇ ਕਿਰਾਏ ਦਾ ਭਾੜਾ ਵਧਾਉਂਦੀ ਆ, ਤਾਂ ਫਿਰ ਇੱਧਰ ਕਿਸਾਨ ਦੀ ਫਸਲ ਦਾ ਭਾਅ ਕਿਉਂ ਨਹੀਂ ਵਧਦਾ? ਕਿ ਉਹਦੇ ਵੀ ਤਾਂ ਟਰੈਕਟਰ ਦਾ ਤੇਲ, ਇੰਜਨ ਦਾ ਤੇਲ ਵਧਿਆ। ਸੋ ਇਹ ਉਹਦੇ ਨਾਲ ਕਿਉਂ ਨਹੀਂ ਜੁੜਿਆ? ਸੋ ਇਸ ਲਈ ਇਸ ਤੋਂ ਸਮਝ ਆਉਂਦੀ ਹੈ ਕਿ ਸਾਡੇ ਸਵਾਲਾਂ 'ਚ ਕਮੀ ਸੀ। ਇਹ ਬਿਲਕੁਲ ਹੈ ਕਿਸਾਨ ਅੰਦੋਲਨ 'ਚ ਖੇਤਰੀ ਮੀਡੀਆ ਨੂੰ ਥਾਂ ਬਹੁਤ ਮਿਲੀ, ਸਪੇਸ ਬਹੁਤ ਮਿਲਿਆ, ਪਿਆਰ ਬਹੁਤ ਮਿਲਿਆ, ਪਰ ਅਜੇ ਵੀ ਸਾਨੂੰ ਆਪਣੇ ਆਪ ਨੂੰ ਪੁਣ ਛਾਣ ਕਰਨ ਦੀ ਲੋੜ ਹੈ। ਅੱਗੇ ਵਧਣਾ, ਜੇਕਰ ਨੈਸ਼ਨਲ ਮੀਡੀਆ ਦਾ ਮੁਕਾਬਲਾ ਕਰਨਾ ਤਾਂ ਸਾਨੂੰ ਹੋਰ ਕੁਝ ਸਿੱਖਣ ਦੀ ਵੀ ਲੋੜ ਹੈ, ਅੱਗੇ ਵਧਣ ਦੀ ਵੀ ਲੋੜ ਹੈ, ਤੇ ਵੱਡੇ ਅਦਾਰਿਆਂ ਨੂੰ ਦੇਖਣ ਦੀ ਵੀ ਲੋੜ ਹੈ। ਜਿਹੜੀ ਜਦੋਂ ਉੱਪਰ ਬਾਜ਼ ਉੱਡਦਾ ਨਾ ਤਾਂ ਆਪਣੇ ਬੱਚਿਆਂ ਨੂੰ ਉੱਪਰੋਂ ਸਿੱਟਦਾ ਤਾਂ ਕਿ ਉਡਾਰੀ ਮਾਰਨਾ ਸਿੱਖ ਜਾਵੇ। ਸਾਨੂੰ ਉਹ ਬਾਜ਼ ਦੀ ਉਡਾਰੀ ਸਿੱਖਣੀ ਪਊਗੀ, ਨਾ ਕਿ ਅਸੀਂ ਚਿੜੀਆਂ ਵਾਲੀ ਉਡਾਰੀ ਭਰਨੀ ਆ। ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ। ਸੋ ਬਹੁਤ ਜ਼ਰੂਰੀ ਸੀ ਕਿ ਇਸ ਮੁੱਦੇ ਦੇ ਉੱਤੇ ਗੱਲਬਾਤ ਹੋਵੇ। ਦੀਪਕ ਚਨਾਰਥਲ ਸਾਹਿਬ ਦਾ ਬਹੁਤ ਸ਼ੁਕਰੀਆ। ਕੈਮਰਾ ਪਰਸਨ ਜਗਰੂਪ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਦਿੱਲੀ।